ਹੈਲੋ एवरीवन ਅੱਜ ਆਪਾਂ ਰੀਡ ਕਰਦੇ ਬੈਨੀਫਿਟਸ ਆਫ ਰਜਿਸਟ੍ਰੇਸ਼ਨ ਕਿਵੇਂ ਆਪਾਂ ਨੇ ਦੇਖਿਆ ਸੀ ਨਾ ਕਿ ਕੁਝ ਅਗਰ ਆਪਾਂ ਰਜਿਸਟ੍ਰੇਸ਼ਨ ਕਰਾਉਂਦੇ ਆ ਤਾਂ ਆਟੋਮੈਟਿਕਲੀ ਕੰਪਨੀ ਨੂੰ ਬੈਨੀਫਿਟ ਹੁੰਦਾ ਇਟਸ ਨਾਟ ਕੰਪਲਸਰੀ ਟੂ ਗੈਟ ਰਜਿਸਟਰਡ ਵਿਦ ਦ ਪਾਰਟਨਰਸ਼ਿਪ ਐਕਟ ਬਟ ਇਫ ਅਗਰ ਆਪਾਂ ਰਜਿਸਟ੍ਰੇਸ਼ਨ ਕਰਵਾਉਂਦੇ ਆ ਤਾਂ ਆਪਾਂ ਨੂੰ ਕੁਝ ਬੈਨੀਫਿਟਸ ਹੁੰਦੇ ਨੇ ਫਰਦਰ ਜੋ ਆਪਾਂ ਹੁਣ ਇੱਥੇ ਡਿਸਕਸ ਕਰਾਂਗੇ ਐਡਵਾਂਟੇजेस ਟੂ the firm get a right to sue third parties in civil suits for getting its right enforced in the absence of registration the firm cannot sue outside person in courts मतलब अगर आप रजिस्ट्रेशन करवाने हैं ना तो फर्म एक थर्ड पर्सन अगर ਉਹਦੇ ਨਾਲ ਕੋਈ ਗਲਤ ਵਿਵਹਾਰ ਕਰ ਰਿਹਾ ਉਹਦੇ ਨਾਲ ਆਪਾਂ ਉਹਨੂੰ ਕੇਸ ਕਰ ਸਕਦੇ ਹਾਂ ਬਟ ਅਗਰ ਆਪਣੀ ਰਜਿਸਟ੍ਰੇਸ਼ਨ ਨਹੀਂ ਹੋਏਗੀ ਆਪਾਂ ਕੇਸ ਨਹੀਂ ਕਰ ਸਕਦੇ ਐਡਵਾਂਟੇजेस ਟੂ creditors a creditor can sue any partner for recovering ਹੁਣ creditors ਨੂੰ ਵੀ ਕਿ ਆਪਾਂ ਨੂੰ ਕੀ ਪਤਾ ਲੱਗੇਗਾ ਕਿ ਪਾਰਟਨਰਸ਼ਿਪ ਹੈਗੇ ਨੇ ਜਾਂ ਨਹੀਂ ਹੈਗੇ ਅਗਰ ਉਹਨਾਂ ਨੇ ਔਰਲ ਤੇ ਰਾਈਟਿੰਗ ਦੇ ਵਿੱਚ ਖੁਦ 'ਚ ਹੀ ਲੈ ਲਿਆ ਹੈ ਨਾ ਅਗਰ ਸਪੋਜ਼ ਉਹਨਾਂ ਨੇ ਮੇਰੇ ਤੋਂ ਪ੍ਰੋਡਕਟ ਲਏ ਪਰ ਮੈਨੂੰ ਉਹਨਾਂ ਨੇ ਪੈਸੇ ਨਹੀਂ ਦਿੱਤੇ ਅਗਰ ਉਹਨਾਂ ਦੀ ਪ੍ਰੋਪਰ ਰਜਿਸਟ੍ਰੇਸ਼ਨ ਫਰਮ ਹੋਏਗੀ ਤਾਂ ਆਪਾਂ ਉਹਨਾਂ ਨੂੰ ਸਿਊ ਕਰ ਸਕਦੇ ਕਿ ਤੁਸੀਂ ਮੇਰਾ ਪੈਸਾ ਦਿਓ ਹੈ ਨਾ ਐਡਵਾਂਟੇजेस ਟੂ ਪਾਰਟਨਰ ਤਾਂ ਪਾਰਟਨਰ ਕੈਨ ਆਪਰੇਟ ਕੋਰਟ ਲੋ ਆਫ ਲੋ ਅਗੇਂਸਟ ਈਚ ਅਦਰ ਅਗਰ ਕੁਝ ਵੀ ਡਿਸਪਿਊਟ ਹੁੰਦਾ ਹੈ ਅਗਰ ਉਹਨਾਂ ਦੇ ਪੈਸੇ ਅਗਰ ਕੋਈ ਵੀ ਡਿਸਪਿਊਟਸ ਹੁੰਦਾ ਤਾਂ ਲਾਅ ਦੇ ਜਾ ਸਕਦੇ ਹੈ ਵੀ ਸਾਡਾ ਪੈਸਾ ਨਹੀਂ ਇਹਨਾਂ ਨੇ ਦਿੱਤਾ ਸਾਡਾ ਗਲਤ ਬਿਹੇਵ ਕੀਤਾ ਮਤਲਬ ਅਕਾਊਂਟਸ ਦੇ ਵਿੱਚ ਇਹਨਾਂ ਨੇ ਮਾਲ ਫੰਕਸ਼ਨਿੰਗ ਕੀਤੀ ਤਾਂ ਪਾਰਟਨਰਸ ਨੂੰ ਵੀ ਐਡਵਾਂਟੇजेस ਮਿਲਦਾ ਹੈ ਐਡਵਾਂਟੇजेस ਟੂ ਇਨਕਮਿੰਗ ਪਾਰਟਨਰ ਅ ਨਿਊ ਕਮਿੰਗ ਪਾਰਟਨਰ ਕੈਨ ਫਾਈਟ ਫॉर ਹਿਸ ਰਾਈਟ ਇਨ ਦ ਫਰਮ ਇਫ ਦ ਫਰਮ ਇਜ਼ ਰਜਿਸਟਰਡ ਅਗਰ ਨਿਊ ਪਾਰਟਨਰ ਨੂੰ ਵੀ ਪ੍ਰੋਪਰ ਰਾਈਟ ਮਿਲਦਾ ਹੈ ਅਗਰ ਉਹ ਆਪਣੇ ਰਾਈਟਸ ਦੀ ਮੰਗ ਕਰ ਸਕਦਾ ਅਗਰ ਫਰਮ ਰਜਿਸਟਰਡ ਹੁੰਦੀ ਹੈ ਅਗਰ ਉਹ ਰਜਿਸਟਰਡ ਨਹੀਂ ਹੁੰਦੀ ਤਾਂ ਡਿਪੈਂਡ ਕਰਦਾ ਅਗਰ ਪਾਰਟਨਰ ਓਨੈਸਟ ਹੈ ਤਾਂ ਉਹਨੂੰ ਮਿਲ ਜਾਏਗਾ ਫੇਅਰ ਰਾਈਟ ਅਗਰ ਨਹੀਂ ਮਿਲੇਗਾ ਤਾਂ ਨਹੀਂ ਹੋਏਗਾ ਆਊਟਗੋਇੰਗ ਪਾਰਟਨਰ ਲਈ ਵੀ ਇਹ ਬੈਨੀਫਿਟ ਹੁੰਦਾ ਦ ਰਜਿਸਟ੍ਰੇਸ਼ਨ ਆਫ ਅ ਫਰਮ ਬੈਨੀਫਿਟ ਦ ਆਊਟਗੋਇੰਗ ਪਾਰਟਨਰ ਇਨ ਨੰਬਰਸ ਆਫ ਵੇਜ਼ ਦ ਆਊਟਗੋਇੰਗ ਪਾਰਟਨਰ ਮੇ ਬੀ ਡਿਵਾਈਡਡ ਇਨਟੂ ਟੂ ਗੋਇੰਗ ਮਤਲਬ ਦੋ ਕੈਟੇਗਰੀਜ਼ ਦੇ ਵਿੱਚ ਹੋ ਜਾਂਦੇ ਆ ਵੀ ਉਹ ਕਿਵੇਂ ਛੱਡ ਕੇ ਜਾ ਰਿਹਾ ਆਰਗੇਨਾਈਜੇਸ਼ਨ ਨੂੰ ਜਾਂ ਤਾਂ ਉਸ ਪਾਰਟਨਰ ਦੀ ਡੈਥ ਹੋ ਗਈ ਜਾਂ ਰਿਟਾਇਰਮੈਂਟ ਹੋ ਗਿਆ ਪਾਰਟਨਰ ਦਾ ਹੈ ਨਾ ਔਨ ਦ ਡੈਥ ਆਫ ਅ ਪਾਰਟਨਰ ਹੀ ਸਕਸੈਸਰ ਜੋ ਵੀ ਉਹਦਾ ਕੇਅਰ ਟੇਕਰ ਹੁੰਦਾ ਵੀ ਉਹ ਨੋਟ ਰਿਸਪੌਂਸਿਬਲ ਆਫ ਦ ਲਾਇਬਿਲਿਟੀਜ਼ ਅਗਰ ਸਪੋਜ਼ ਉਸਨੇ 2 ਲੱਖ ਰੁਪਇਆ ਦੇਣਾ ਸੀਗਾ ਉਹ ਉਹਦੇ ਲਈ ਰਿਸਪੌਂਸਿਬਲ ਨਹੀਂ ਹੋਏਗਾ ਠੀਕ ਹੈ ਬਾਈ ਦ ਫਰਮ ਆਫਟਰ ਦ ਡੈਥ ਆਫ ਹਿਸ ਡੈਥ ਅਗਰ ਉਹ ਰਜਿਸਟ੍ਰੇਸ਼ਨ ਕਰਾਉਂਦੇ ਨੇ ਹੈ ਨਾ ਇਨ ਕੇਸ ਆਫ ਰਿਟਾਇਰਿੰਗ ਪਾਰਟਨਰ ਹੀ ਕੰਟੀਨਿਊਸ ਟੂ ਬੀ ਰਿਸਪੌਂਸਿਬਲ ਅਪ ਟੂ ਦ ਟਾਈਮ ਹੀ ਡਜ਼ ਨਾਟ ਗਿਵ ਪਬਲਿਕ ਨੋਟਿਸ ਉਹ ਉਨੇ ਟਾਈਮ ਤੱਕ ਕੰਟੀਨਿਊ ਕਰ ਸਕਦਾ ਜਿੰਨੇ ਟਾਈਮ ਤੱਕ ਉਹ ਪਬਲਿਕ ਨੋਟਿਸ ਨਹੀਂ ਦਿੰਦਾ ਦ ਪਬਲਿਕ ਨੋਟਿਸ ਇਜ਼ ਗੋਟ ਰਜਿਸਟਰਡ ਵਿਦ ਦ ਰਜਿਸਟਰ ਐਂਡ ਹੀ ਕੇਸਿਸ ਇਜ਼ ਲਾਇਬਿਲਿਟੀਜ਼ ਫਰੋਮ ਦ ਡੇਟ ਆਫ ਦਿਸ ਨੋਟਿਸ ਮਤਲਬ ਜਿੰਨੇ ਤੱਕ ਜਦੋਂ ਤੱਕ ਉਹ ਨੋਟਿਸ ਦੇ ਦਿੰਦਾ ਜਦੋਂ ਉਹਨੇ ਨੋਟਿਸ ਦੇ ਦਿੱਤਾ ਰਜਿਸਟਰ ਆਫਿਸ ਦੇ ਵਿੱਚ ਉਹ ਸਾਰੀਆਂ ਲਾਇਬਿਲਿਟੀਜ਼ ਤੋਂ ਆਪਣੀਆਂ ਮੁਕਤ ਹੋ ਜਾਂਦਾ ਠੀਕ ਹੈ ਤਾਂ ਇਹ ਤਾਂ ਪਤਾ ਲੱਗਦਾ ਵੀ ਆਪਾਂ ਨੂੰ ਪਾਰਟਨਰਸ਼ਿਪ ਫਰਮ ਅਗਰ ਆਪਾਂ ਰਜਿਸਟ੍ਰੇਸ਼ਨ ਕਰਾਵਾਂਗੇ ਦੈਨ ਵੀ ਗੈਟ ਅ ਲੋਟਸ ਆਫ ਬੈਨੀਫਿਟਸ ਓਵਰ ਫਰੋਮ ਦੇਅਰ ਠੀਕ ਹੈ ਕੰਸੀਕੁਐਂਸਿਸ ਆਫ ਨੋਨ ਰਜਿਸਟ੍ਰੇਸ਼ਨ ਅਗਰ ਆਪਾਂ ਨਹੀਂ ਕਰਾਂਦੇ ਕੈਨੋਟ ਫਾਈਲ ਉਹੀ ਸਾਰੇ ਓਪੋਜ਼ਿਟ ਹੈ ਕੇਸ ਨਹੀਂ ਫਾਈਲ ਕਰ ਸਕਦੇ ਠੀਕ ਹੈ ਨੋਨ ਰਜਿਸਟਰਡ ਫਰਮ ਹੁੰਦੀ ਹੈ ਨੋਨ ਰਜਿਸਟਰਡ ਫਰਮ ਹੁੰਦੀ ਹੈ ਠੀਕ ਹੈ ਅਗਰ ਕੀ ਹੁੰਦਾ ਮਤਲਬ ਅਗਰ ਆਪਾਂ ਨੋਨ ਰਜਿਸਟਰਡ ਫਰਮ ਹੁੰਦੀ ਹੈ ਤਾਂ ਕੋਈ ਵੀ ਅਗੇਂਸਟ ਅਦਰ ਪਾਰਟਨਰ ਦੇ ਆਪਾਂ ਕੇਸ ਨਹੀਂ ਕਰ ਸਕਦੇ ਅਨਰਜਿਸਟਰਡ ਫਰਮ ਕੈਨਟ ਫਾਈਲ ਰਿਕਵਰੀ ਸੂਟ ਅਗੇਂਸਟ ਥਰਡ ਪਾਰਟੀ ਆਫ ਆਊਟਸਾਈਡਰਸ ਆਪਾਂ ਆਊਟਸਾਈਡਰਸ ਤੋਂ ਵੀ ਆਪਾਂ ਕੁਝ ਕਲੇਮ ਨਹੀਂ ਅਡਾਪਟ ਕਰ ਸਕਦੇ ਓਕੇ ਦ ਅਨਰਜਿਸਟਰਡ ਫਰਮ ਕੈਨਟ ਫਾਈਲ ਅ ਕੇਸ ਅਗੇਂਸਟ ਐਨੀ ਆਫ ਦ ਪਾਰਟਨਰਸ ਉਹ ਕੋਈ ਵੀ ਪਾਰਟਨਰਸ ਦੇ ਅਗੇਂਸਟ ਕੋਈ ਕੇਸ ਨਹੀਂ ਫਾਈਲ ਕਰ ਸਕਦੇ suitability of partnership forms of organization was developed because of a certain limitation in sole trade form of organization the use of sophisticated हम बच्चों को पढ़ा रहे हैं सना मेरे को पढ़ा रहे हो हाँ आप पढ़ो मेरे साथ बैठ के ओके तो बच्चे भी पढ़ेंगे okay the use of sophisticated production techniques has necessitated more investment and a need for expert managerial hands partnership form of organization is suitable under such ठीक है नेक्स्ट अपने को suitability of partnership form of organization was developed because of a certain limitation in sole trade of form of ਹੁਣ ਪਾਰਟਨਰਸ਼ਿਪ ਫਾਰਮ ਆਪਣੀ ਕਿਵੇਂ ਆਈ ਕਿਉਂਕਿ ਸੋਲ ਟ੍ਰੇਡ ਦੇ ਵਿੱਚ ਆਪਣੇ ਕੋਲ ਕੁਝ ਸਰਟਨ ਲਿਮਿਟੇਸ਼ਨ ਸੀਗੀਆਂ ਦ ਯੂਜ਼ ਆਫ ਸੋਫਿਸਟੀਕੇਟਿਡ ਪ੍ਰੋਡਕਸ਼ਨ ਟੈਕਨੀਕਸ ਹੈਜ਼ ਨੈਸੈਸਿਟੇਟਿਡ ਮੋਰ ਇਨਵੈਸਟਮੈਂਟ ਹੁਣ ਆਪਾਂ ਨੂੰ ਬਹੁਤ ਜ਼ਿਆਦਾ ਸੋਲ ਪ੍ਰੋਪਰਾਈਟਰ ਦੇ ਵਿੱਚ ਆਪਣੇ ਬਹੁਤ ਜ਼ਿਆਦਾ ਘੱਟ ਆਪਣੇ ਕੋਲ ਇਹੋ ਜਿਹੇ ਟੈਕਨੀਕ ਸੀਗੀਆਂ ਆਪਣੇ ਮੋਰ ਇਨਵੈਸਟਮੈਂਟ ਲੈ ਕੇ ਆਉਣ ਲਈ ਮੋਰ ਐਕਸਪੀਰੀਅੰਸ ਮੈਨੇਜਰੀਅਲ ਹੈਂਡਸ ਲਈ ਆਪਣੇ ਪਾਰਟਨਰਸ਼ਿਪ ਫਾਰਮ ਸਟਾਰਟ ਕੀਤਾ ਮਤਲਬ ਕਿਸ ਸਰਟਨ ਸਿਚੁਏਸ਼ਨਸ ਦਿੱਤੀਆਂ ਹੋਈਆਂ ਵੀ ਜਿੱਥੇ ਆਪਾਂ ਨੂੰ ਪਾਰਟਨਰਸ਼ਿਪ ਫਾਰਮ ਨੂੰ ਸਟਾਰਟ ਕਰ ਲੈਣਾ ਚਾਹੀਦਾ ਹੈ ਮੈਨੇਜਰੀਅਲ ਐਂਡ ਕੈਪੀਟਲ ਜਿੱਥੇ ਆਪਾਂ ਨੂੰ ਮੈਨੇਜਰ ਅਤੇ ਕੈਪੀਟਲ ਰਿਕੁਆਇਰਮੈਂਟ ਹੈ ਉੱਥੇ ਆਪਾਂ ਨੂੰ
ਆਪਾਂ ਨੂੰ ਜਿਵੇਂ ਹੁਣ ਕੱਲਾ ਪਰਸਨ ਨਹੀਂ ਸਾਰੀਆਂ ਚੀਜ਼ਾਂ ਹੈਂਡਲ ਕਰ ਸਕਦਾ, ਉਹਨੂੰ ਆਪਣੇ ਹੋਰ ਐਕਸਪਰਟਾਈਜ਼ ਦੀ ਜ਼ਰੂਰਤ ਹੁੰਦੀ ਹੈ, ਹੋਰ ਮੈਨੇਜਰਸ ਦੀ ਜ਼ਰੂਰਤ ਹੁੰਦੀ ਹੈ। ਤਾਂ ਉਹ ਕੀ ਕਰਦਾ, ਇਨਵੈਸਟਮੈਂਟ ਮਤਲਬ ਪਰਸਨ ਲੈ ਆਉਂਦਾ। ਕੈਪੀਟਲ ਰਿਕੁਆਇਰਮੈਂਟ ਕੱਲੇ ਪਰਸਨ ਕੋਲ ਕਿੰਨੀ ਪਰਸਨ ਨਾਲ ਆਪਣਾ ਕਿੰਨਾ ਕੁ ਚਲਾ ਲੇਗਾ, ਤਾਂ ਉਹਨੂੰ ਮੋਰ ਫੰਡਸ ਦੀ ਰਿਕੁਆਇਰਮੈਂਟ ਹੁੰਦੀ ਹੈ। ਤਾਂ ਜਦੋਂ ਕੈਪੀਟਲ ਪਰਸਨ ਆਏਗਾ ਤਾਂ ਉਹ ਪੈਸਾ ਵੀ ਲੈ ਕੇ ਆਊਗਾ। Suitable for small and medium scale concerns. Partnership form of organization is more suitable for small and medium scale of concerns. In such concerns, the requirement of finances is moderate. ਘੱਟ ਪੈਸਾ ਦੀ ਜ਼ਰੂਰਤ ਹੁੰਦੀ ਹੈ, ਠੀਕ ਹੈ, ਕਿਉਂਕਿ ਜਿਹਦੇ ਵਿੱਚ ਡਾਇਰੈਕਟ ਰਿਲੇਸ਼ਨਸ਼ਿਪ ਹੁੰਦਾ ਵਰਕ ਤੇ ਰਿਵਾਰਡ ਦੇ ਵਿੱਚ। ਜਿੰਨਾ ਕੰਮ ਕਰੋਗੇ ਉਨਾ ਤੁਹਾਨੂੰ ਰਿਵਾਰਡ ਮਿਲੇਗਾ। ਪਰਸਨਲ ਸੁਪਰਵਿਜ਼ਨ ਵੀ ਜਿਹਦੇ ਵਿੱਚ ਜ਼ਿਆਦਾ ਰਿਕੁਆਇਰਡ ਹੁੰਦੀ ਹੈ ਉਹ ਹੁੰਦਾ। ਇਹਦੇ ਵਿੱਚ ਦਿੱਤੇ ਹੋਏ ਕੁਝ ਪਾਰਟਨਰਸ਼ਿਪ ਤੇ ਸੋਲ ਟ੍ਰੇਡ ਦੇ ਵਿੱਚ ਡਿਫਰੈਂਸ। ਮੈਂਬਰਸ਼ਿਪ ਇਹਦੇ 2 ਤੋਂ 3, ਇਹਦੇ ਵਿੱਚ ਇਕੱਲਾ ਸਿੰਗਲ ਪਰਸਨ ਹੁੰਦਾ। ਐਗਰੀਮੈਂਟ ਹੁੰਦਾ ਪਾਰਟਨਰਸ਼ਿਪ ਦੇ ਵਿੱਚ, ਇੱਕ ਰਿਕੁਆਇਰਡ ਇਨ ਦ ਫਾਰਮ ਆਫ ਪਾਰਟਨਰਸ਼ਿਪ ਡੀਡ ਦੇ ਵਿੱਚ ਹੁੰਦਾ, ਜਾਂ ਓਰਲ ਕਰ ਲਓ ਜਾਂ ਰਿਟਨ ਕਰ ਲਓ। ਇਹਦੇ ਵਿੱਚ ਮਤਲਬ ਕੋਈ ਐਗਰੀਮੈਂਟ ਦੀ ਜ਼ਰੂਰਤ ਨਹੀਂ ਹੁੰਦੀ। ਰਜਿਸਟ੍ਰੇਸ਼ਨ ਆਪਣੀ ਮਰਜ਼ੀ ਹੁੰਦੀ ਹੈ ਵੀ ਆਪਾਂ ਰਜਿਸਟ੍ਰੇਸ਼ਨ ਆਫਿਸ ਦੇ ਵਿੱਚ ਕੁਝ ਰਜਿਸਟਰ ਕਰਦੇ ਹਾਂ ਤਾਂ ਆਪਾਂ ਨੂੰ ਬੈਨੀਫਿਟ ਮਿਲਦਾ, ਅਗਰ ਨਹੀਂ ਕਰਦੇ ਆਪਾਂ ਨੂੰ ਨਹੀਂ ਬੈਨੀਫਿਟਸ ਮਿਲਦਾ, ਠੀਕ ਹੈ। ਨੋ ਰਜਿਸਟ੍ਰੇਸ਼ਨ ਆਫ ਅ ਸੋਲ ਟ੍ਰੇਡ ਬਿਜ਼ਨਸ ਇਸ ਮਤਲਬ ਸ਼ੌਪਸ ਐਂਡ ਐਸਟੈਬਲਿਸ਼ਮੈਂਟ ਐਕਟ ਦੇ ਵਿੱਚ ਇਹਦੀ ਕੋਈ ਰਜਿਸਟ੍ਰੇਸ਼ਨ ਹੋਣੀ ਕੰਪਲਸਰੀ ਨਹੀਂ ਹੈ। ਮੈਨੇਜਮੈਂਟ ਸਾਰੇ ਪਾਰਟਨਰਸ ਦਾ ਆਪਣਾ ਆਪਣਾ ਇਕੁਅਲ ਰਾਈਟ ਹੁੰਦਾ, ਉਹ ਕਿਵੇਂ ਮਰਜ਼ੀ ਮੈਨੇਜ ਕਰ ਸਕਦੇ ਨੇ। ਇਹਦੇ ਵਿੱਚ ਸਿਰਫ ਸਿੰਗਲ ਪਰਸਨ ਕੰਟਰੋਲ ਕਰ ਸਕਦਾ। ਓਕੇ, ਰਿਸਕ ਇਹਦੇ ਵਿੱਚ ਕੀ ਹੈ, ਰਿਸਕ ਸਾਰੇ ਪਾਰਟਨਰ ਸ਼ੇਅਰ ਕਰਦੇ ਨੇ, ਉਹਦੇ ਵਿੱਚ ਰਿਸਕ ਸਿਰਫ ਇੱਕ ਪਰਸਨ ਸ਼ੇਅਰ ਕਰਦਾ। ਕੈਪੀਟਲ ਕੀ ਹੈ, ਸਾਰੇ ਪਾਰਟਨਰ ਕੈਪੀਟਲ ਕੰਟਰੀਬਿਊਟ ਕਰਦੇ ਨੇ। ਇਹਦੇ ਵਿੱਚ ਸਿੰਗਲ ਰਿਸੋਰਸ ਹੁੰਦਾ, ਇੱਕੋ ਹੀ ਪਰਸਨ ਕੈਪੀਟਲ ਆਪਣਾ ਮਤਲਬ ਦਿੰਦਾ ਹੈ। ਓਕੇ, ਨੈਕਸਟ ਆਪਣਾ ਸੀਕ੍ਰੇਸੀ ਕਹਿੰਦੇ ਸਾਰੇ ਪਾਰਟਨਰਸ ਨੂੰ ਨੌਲੇਜ ਹੋਣੀ ਪ੍ਰੋਪਰ ਜ਼ਰੂਰਤ ਹੁੰਦੀ ਹੈ। ਇਹਦੇ ਵਿੱਚ ਐਂ ਵੀ ਹੁੰਦਾ ਵੀ ਆਪਣੀ ਫੀਅਰ ਵੀ ਹੁੰਦਾ ਵੀ ਆਪਣੀ ਲੀਕ ਨਾ ਹੋ ਜੇ, ਠੀਕ ਹੈ। ਇਹਦੇ ਵਿੱਚ ਕੀ ਹੁੰਦਾ, ਸੀਕ੍ਰੇਟ ਮੇਨਟੇਨ ਕਰਕੇ ਰੱਖੇ ਰਹਿੰਦੇ, ਕਿਉਂਕਿ ਨੋਬਡੀ ਆਪਾਂ ਕਿਸੇ ਤੋਂ ਵੀ ਐ ਨਹੀਂ ਹੁੰਦੇ ਵੀ ਆਪਾਂ ਕਿਸੇ ਪਾਰਟਨਰ ਨੂੰ ਆਪਣੀ ਸੀਕ੍ਰੇਸੀ ਦੇਣੀ ਹੈ। ਅਨਸਰਟੇਨਿਟੀ, the life of partnership is more certain than that of the change in partner does not necessary ਮਤਲਬ ਅਗਰ ਪਾਰਟਨਰ ਚੇਂਜ ਹੋ ਜਾਂਦਾ ਨਾ ਤਾਂ ਆਪਣਾ ਬਿਜ਼ਨਸ ਕਲੋਜ਼ ਨਹੀਂ ਹੁੰਦਾ। ਬਟ ਇਹਦੇ ਵਿੱਚ ਅਗਰ ਕੀ ਹੁੰਦਾ ਹੈ, ਠੀਕ ਹੈ, ਅਗਰ ਕੇਸ ਆਫ ਡੈਥ ਹੋ ਜਾਂਦੀ ਹੈ, ਅਦਰ ਰੀਜ਼ਨਸ ਹੋ ਜਾਂਦਾ ਹੈ, ਬਾਉਂਡ ਬਿਜ਼ਨਸ ਅਨਸਰਟੇਨ ਹੈ ਵੀ ਮਤਲਬ ਚੱਲਦਾ ਨਹੀਂ ਚੱਲਦਾ, ਇਹ ਉਹਦੇ ਮਰਜ਼ੀ ਤੇ ਹੁੰਦਾ। डायरेक्ट कॉन्टैक्ट विद द कस्टमर, समटाइम्स द नेचर ऑफ अ बिजनेस ਆਪਾਂ ਨੇ ਡਿਮਾਂਡ ਕਰਦੀ ਹੈ ਕਿ ਆਪਾਂ ਨੂੰ डायरेक्ट कॉन्टैक्ट कस्टमर्स ਨਾਲ ਬਣਾਉਣਾ ਆਪਣੇ ਲਈ ਬਹੁਤ ਜ਼ਰੂਰੀ ਹੋ ਜਾਂਦਾ ਹੈ। प्रोफेशनल सर्विसेज लाइक मतलब सोलिसिटर्स, डॉक्टर्स, अकाउंटेंट्स, चार्टर्ड अकाउंटेंट्स, इन्हों रिक्वायर होंगे कि अपना डायरेक्ट कॉन्टैक्ट बनाना अपने क्लाइंट्स नाल। इन होलसेल एंड रिटेल ट्रेड ऑल्सो एन एक्सेसिबिलिटी टू कंज्यूमर इज रिक्वायर्ड। हो नैक्सट की अपना डिफरेंस बिटवीन पार्टनरशिप एंड हिंदू अनडिवाइडिड फैमिली बिजनेस, ठीक है। ਆਪਾਂ ਨੇ ਕੁਝ ਪੜ੍ਹਿਆ ਸੀ ਨਾ, ਹਿੰਦੂ ਅਨਡਿਵਾਈਡਡ ਜੁਆਇੰਟ ਫੈਮਿਲੀ ਬਿਜ਼ਨਸ। ਗਵਰਨੈਂਸ ਇਹਦੇ ਵਿੱਚ ਸਾਰਾ ਹਿੰਦੂ ਸਕਸੈਸ਼ਨ ਐਕਟ ਦੇ ਅੰਡਰ ਹੁੰਦਾ, ਇਹਦੇ ਵਿੱਚ ਪਾਰਟਨਰਸ਼ਿਪ ਐਕਟ ਦੇ ਅੰਡਰ 1932 ਦੇ ਅੰਡਰ ਹੁੰਦਾ। ਓਕੇ, ਤੇ ਨੰਬਰ ਆਫ ਮੈਂਬਰਸ਼ਿਪ ਇਹਦੇ ਵਿੱਚ ਮਤਲਬ ਮਿਨੀਮਮ 2 ਨੰਬਰਸ ਹੁੰਦੇ ਨੇ, ਮੈਕਸੀਮਮ ਨੰਬਰਸ ਦੀ ਆਪਣੇ ਕੋਲ ਕੋਈ ਲਿਮਿਟ ਨਹੀਂ। ਇਹਦੇ ਵਿੱਚ 2 ਮੈਂਬਰਸ ਹੁੰਦੇ ਨੇ ਮਿਨੀਮਮ, ਬਟ ਮੈਕਸੀਮਮ ਨੰਬਰ 20। ਇੱਕ ਆਰਡੀਨਰੀ ਬਿਜ਼ਨਸ 10 ਹੁੰਦੇ ਨੇ ਅਗਰ ਕੋਈ ਆਪਾਂ ਨੇ ਬੈਂਕ ਬਿਜ਼ਨਸ ਕਰਨਾ। ਲੀਗਲ ਪੋਜੀਸ਼ਨ ਇਹਦੇ ਵਿੱਚ ਕੋਈ ਸੈਪਰੇਟ ਲੀਗਲ ਐਂਟਿਟੀ ਨਹੀਂ ਹੁੰਦੀ, ਇਹਦੇ ਵਿੱਚ ਆਪਣੀ ਸੈਪਰੇਟ ਲੀਗਲ ਐਂਟਿਟੀ ਹੁੰਦੀ ਹੈ ਪਾਰਟਨਰਸ ਦੀ। ਮੇਲ ਅਤੇ ਫੀਮੇਲ ਕੈਨ ਨਾਟ ਬੀ ਐਨ ਮਤਲਬ ਇਹਦੇ ਵਿੱਚ ਜਨਰਲੀ ਆਪਾਂ ਦੇਖਦੇ ਹਾਂ ਫੀਮੇਲ ਐਕਟਿਵ ਪਾਰਟ ਨਹੀਂ ਲੈਂਦੀ, ਪਰ ਇਹਦੇ ਵਿੱਚ ਫੀਮੇਲ ਵੀ ਮੈਨੇਜਮੈਂਟ ਦਾ ਕੰਮ ਕਰ ਸਕਦੀ ਹੈ। ਲਾਇਬਿਲਿਟੀ ਇਹਦੀ ਅਨਲਿਮਿਟਿਡ ਹੁੰਦੀ ਹੈ, ਕਰਤਾ ਦੀ, ਓਨਲੀ ਕਰਤਾ ਦੀ। ਇਹਦੇ ਵਿੱਚ ਸਾਰੇ ਪਾਰਟਨਰਸ ਦੀ ਲਾਇਬਿਲਿਟੀ ਅਨਲਿਮਿਟਿਡ ਹੁੰਦੀ ਹੈ। ਮੈਨੇਜਮੈਂਟ ਇਹਦੇ ਵਿੱਚ ਸਾਰਾ ਕਰਤਾ ਕੰਮ ਕਰਦਾ, ਇਹਦੇ ਵਿੱਚ ਸਾਰੇ ਪਾਰਟਨਰਸ ਇੱਕ ਤਰ੍ਹਾਂ ਦੇ ਮੈਨੇਜ ਕਰਦੇ ਨੇ ਫਰਮ ਨੂੰ। ਓਕੇ, ਪ੍ਰੋਫਿਟ ਕੀ ਹੁੰਦਾ, ਪ੍ਰੋਫਿਟ ਇਕੁਅਲੀ ਡਿਵਾਈਡ ਹੁੰਦਾ ਅਮੰਗ ਆਲ ਮੈਂਬਰਸ, ਇਹ ਔਨ ਦ ਬੇਸਿਸ ਆਫ ਦ ਪ੍ਰੋਫਿਟ ਰੇਸ਼ੀਓ, ਵੀ ਜਿੰਨੀ ਤੁਸੀਂ ਕੈਪੀਟਲ ਬ੍ਰਿੰਗ ਆਊਟ ਕੀਤੀ ਹੈ ਉਹਨੇ ਦੇ ਵਿੱਚ ਡਿਵਾਈਡ ਹੋਏਗਾ। ਮਾਈਨਰ ਅਗਰ ਉਹਦੀ ਏਜ, ਮਾਈਨਰ ਕੈਨ ਬੀ ਅ ਮੈਂਬਰ ਆਫ ਜੁਆਇੰਟ ਫੈਮਿਲੀ। ਮਾਈਨਰ ਜਿਵੇਂ ਅਗਰ ਉਹਦੀ 1 ਸਾਲ ਦੀ ਵੀ ਏਜ ਹੈ ਨਾ, ਉਹ ਜੁਆਇੰਟ ਹਿੰਦੂ ਫੈਮਿਲੀ ਦਾ ਮੈਂਬਰ ਬਣ ਜਾਏਗਾ। ਬਟ ਮਾਈਨਰ ਇਨ ਕੇਸ ਆਫ ਪਾਰਟਨਰਸ਼ਿਪ ਐਕਟ, ਮਾਈਨਰ ਕੈਨ ਨਾਟ ਬੀ ਅ ਪਾਰਟਨਰ। ਓਕੇ, ਨੈਕਸਟ ਕਲਾਸ ਤੋਂ ਆਪਾਂ ਕੋਆਪਰੇਟਿਵ ਆਰਗੇਨਾਈਜੇਸ਼ਨ ਬਾਰੇ ਸਟਾਰਟ ਕਰਦੇ ਹਾਂ।